ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ। ਦਿਨ ਦੇ ਵੇਲੇ 23 ਤੋਂ ਲੈ ਕੇ 24 ਡਿਗਰੀ ਤੱਕ ਟੈਂਪਰੇਚਰ ਹੋ ਰਿਹਾ। ਰਾਤ ਦੇ ਵੇਲੇ 8 ਤੋਂ ਲੈ ਕੇ 9 ਡਿਗਰੀ ਤੱਕ ਟੈਂਪਰੇਚਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਹੈ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ ਤੇ ਬਿਲਕੁਲ ਇਸੇ ਤਰਜ਼ ਦੇ ਉੱਤੇ ਦਿੱਲੀ ਤੇ ਹਰਿਆਣੇ ਦੇ ਵਿੱਚ ਵੀ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਸੋ ਦਿਨ ਦੇ ਵੇਲੇ ਹੁਣ ਧੁੱਪ ਤਿੱਖੀ ਨਿਕਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ ਰਾਤ ਦੇ ਵੇਲੇ ਬੇਸ਼ੱਕ ਧੁੰਦ ਹੁੰਦੀ ਹੈ ਕਈ ਇਲਾਕਿਆਂ ਦੇ ਵਿੱਚ। ਸਵੇਰ ਦੇ ਵੇਲੇ ਵੀ ਕਈ ਥਾਵਾਂ ਦੇ ਉੱਤੇ ਧੁੰਦ ਦੇਖੀ ਜਾਂਦੀ ਹੈ, ਪਰ ਜਿਸ ਤਰੀਕੇ ਨਾਲ ਪਹਿਲਾਂ ਧੁੰਦ ਦੀ ਚਾਦਰ ਚਾਰੇ ਪਾਸੇ ਪਸਰੀ ਰਹਿੰਦੀ ਸੀ, ਹੁਣ ਉਹਦੇ ਤੋਂ ਖਹਿੜਾ ਛੁੱਟ ਰਿਹਾ ਹੌਲੀ ਹੌਲੀ। ਤੇ ਵੈਸੇ ਵੀ ਸਿਆਣੇ ਗੱਲ ਕਹਿੰਦੇ ਕਿ ਆਈ ਬਸੰਤ ਤੇ ਪਾਲਾ ਉਡੰਤ। ਬਸੰਤ ਤੋਂ ਪਹਿਲਾਂ ਹੀ ਪਾਲਾ ਥੋੜਾ ਉਡੰਤ ਹੋਣਾ ਸ਼ੁਰੂ ਹੋ ਚੁੱਕਿਆ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ, ਪਰ ਉਹਦੇ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਹੈ ਕਿ ਉੱਤਰਾਖੰਡ ਦੇ ਵਿੱਚ ਅੱਤਵਾਦੀ ਪਹੁੰਚ ਚੁੱਕੇ ਆ। ਬਹੁਤ ਖਤਰਨਾਕ ਅੱਤਵਾਦੀ ਆ, ਉਹਨਾਂ ਦੇ ਕੋਲੇ ਬਹੁਤ ਖਤਰਨਾਕ ਹਥਿਆਰ ਹੈ। ਇਹ ਅੱਤਵਾਦੀ ਹੈਗੇ ਆ ਖਾਲਸਾ ਏਡ ਦੇ, ਕਿਉਂਕਿ ਵੱਖ-ਵੱਖ ਗੋਦੀ ਮੀਡੀਆ ਦੇ ਅੰਗਾਂ ਦੇ ਵੱਲੋਂ ਪਿਛਲੇ ਕੁਝ ਕੁ ਸਮੇਂ ਤੋਂ ਇਹ ਗੱਲ ਕਹੀ ਗਈ ਹੈ ਕਿ ਖਾਲਸਾ ਏਡ ਤਾਂ ਇੱਕ ਅੱਤਵਾਦੀ ਜਥੇਬੰਦੀ ਹੈ, ਇਹਨੂੰ ਤਾਂ ਜੀ ਫੰਡਿੰਗ ਹੁੰਦੀ ਹੈ, ਇਹਨੂੰ ਫਲਾਹ ਹੁੰਦਾ, ਇਹਨੂੰ ਢੀਂਗ ਹੁੰਦਾ। ਹੁਣ ਜਦੋਂ ਉੱਤਰਾਖੰਡ ਦੇ ਚਮੋਲੀ ਖੇਤਰ ਦੇ ਵਿੱਚ ਗਲੇਸ਼ੀਅਰ ਟੁੱਟਿਆ ਹੈਗਾ, ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਪ੍ਰਭਾਵਿਤ ਹੋਏ ਆ, ਲੋਕਾਂ ਦੇ ਘਰ ਵੀ ਡੁੱਬ ਗਏ ਆ, ਕਈ ਲੋਕਾਂ ਦੀ ਮੌਤ ਦੀ ਖਬਰ ਵੀ ਪ੍ਰਾਪਤ ਹੋਈ ਹੈ। ਤਾਂ ਖਾਲਸਾ ਏਡ ਯਾਨੀ ਕਿ ਉਹ ਲੋਕ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ, ਉਹਦੇ ਕਾਰਕੁਨਾਂ ਜਿਹੜੇ ਵਲੰਟੀਅਰ ਆ ਜਿਹੜੇ ਉਹ ਉੱਤਰਾਖੰਡ ਦੇ ਵਿੱਚ ਪਹੁੰਚ ਚੁੱਕੇ ਆ। ਹੁਣ ਉੱਥੇ ਲੰਗਰ ਲਾਇਆ ਜਾ ਰਿਹਾ, ਉੱਥੇ ਦਵਾਈਆਂ ਦਾ ਲੰਗਰ ਲਾਇਆ ਜਾ ਰਿਹਾ, ਹੋਰ ਬਹੁਤ ਸਾਰੀਆਂ ਲੋੜਾਂ ਦੀ ਉੱਥੇ ਪੂਰਤੀ ਕੀਤੀ ਜਾ ਰਹੀ ਹੈ। ਪਰ ਹੁਣ ਗੋਦੀ ਮੀਡੀਆ ਦਾ ਕੋਈ ਵੀ ਅੰਗ ਇਹ ਨਹੀਂ ਬੋਲਦਾ ਕਿ ਇਹ ਅੱਤਵਾਦੀ ਨਹੀਂ ਆ। ਪਹਿਲਾਂ ਜਦੋਂ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਸੇਵਾ ਕਰਦੇ ਰਹੇ, ਹੁਣ ਵੀ ਕਰ ਰਹੇ ਆ, ਉਦੋਂ ਉਹਨਾਂ ਨੂੰ ਇਹ ਅੱਤਵਾਦੀ ਦਿਸਦੇ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪੈ ਚੁੱਕੀਆਂ, ਉਹ ਬਿਲਕੁਲ ਚੁੱਪ ਵੱਟੀ ਬੈਠੇ ਆ। ਤੇ ਹੁਣ ਜਦੋਂ ਸਾਡੀ ਇਹਨਾਂ ਖਾਲਸਾ ਏਡ ਦੇ ਵਲੰਟੀਅਰਾਂ ਨਾਲ ਗੱਲ ਹੋਈ ਹੈ, ਉਹ ਕਹਿੰਦੇ ਬਾਈ ਜੀ ਅਸੀਂ ਉੱਤਰਾਖੰਡ ਦੇ ਵਿੱਚ ਅੱਤਵਾਦ ਫੈਲਾਉਣ ਆਏ ਆ, ਅਸੀਂ ਇੱਥੇ ਭੁੱਖਿਆਂ ਦਾ ਢਿੱਡ ਭਰ ਕੇ ਅੱਤਵਾਦ ਫੈਲਾਵਾਂਗੇ, ਅਸੀਂ ਇੱਥੇ ਦਵਾਈਆਂ ਦਾ ਲੰਗਰ ਲਾ ਕੇ ਅੱਤਵਾਦ ਫੈਲਾਵਾਂਗੇ, ਅਸੀਂ ਇੱਥੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਕੇ ਅੱਤਵਾਦ ਫੈਲਾਵਾਂਗੇ। ਕੋਈ ਸਾਡੇ ਬਾਰੇ ਕੀ ਕਹਿੰਦਾ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਤੇ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। ਸਵਾਲਾਂ ਦਾ ਸਵਾਲ ਇਹ ਪੈਦਾ ਹੋ ਰਿਹਾ ਕਿ ਕਿਸਾਨ ਅੰਦੋਲਨ ਕਿੱਥੇ ਜਾ ਕੇ ਮੁੱਕੂ, ਕੀ ਕੇਂਦਰ ਦੀ ਸਰਕਾਰ ਮੰਨੂ ਜਾਂ ਫਿਰ ਨਹੀਂ ਮੰਨੂ। ਜੇਕਰ ਤੁਹਾਡੀ ਕਿਸੇ ਨਾਲ ਵੀ ਗੱਲਬਾਤ ਹੁੰਦੀ ਹੈ ਜਾਂ ਤੁਹਾਨੂੰ ਕਿਸੇ ਦਾ ਫੋਨ ਆਉਂਦਾ ਤੇ ਪਹਿਲਾ ਸਵਾਲ ਇਹੀ ਹੁੰਦਾ ਫੋਨ ਕਰਨ ਵਾਲੇ ਦਾ ਕਿ ਕਿਸਾਨ ਅੰਦੋਲਨ ਦਾ ਕੀ ਬਣੂ, ਕਿੱਥੇ ਜੇ ਕੰਮ ਖੜਾ, ਨਿਬੜਨ ਦੀ ਆਸ ਹੈ ਕਿ ਨਹੀਂ ਹੈ। ਪਰ ਜਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ 75 ਮਿੰਟ ਦਾ ਭਾਸ਼ਣ ਦਿੱਤਾ, ਉਹਨਾਂ ਨੇ ਸਿੱਖਾਂ ਦੀਆਂ ਗੱਲਾਂ ਵੀ ਕੀਤੀਆਂ, ਕਿਸਾਨ ਦੀਆਂ ਗੱਲਾਂ ਵੀ ਕੀਤੀਆਂ, ਅੰਦੋਲਨ ਦੀਆਂ ਗੱਲਾਂ ਵੀ ਕੀਤੀਆਂ, ਵਿਰੋਧੀਆਂ ਦੀਆਂ ਗੱਲਾਂ ਵੀ ਕੀਤੀਆਂ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀਆਂ ਗੱਲਾਂ ਵੀ ਕੀਤੀਆਂ, ਪਰ ਉਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਝਲਕਾਰੇ ਇਸ ਗੱਲ ਦੇ ਪਏ ਆ ਕਿ ਕੇਂਦਰ ਦੀ ਸਰਕਾਰ ਖੇਤੀ ਕਾਨੂੰਨ ਰੱਦ ਕਰਕੇ ਰਾਜ਼ੀ ਨਹੀਂ ਤੇ ਉਹਨਾਂ ਨੇ ਖੇਤੀ ਕਾਨੂੰਨ ਰੱਦ ਕਰਨੇ ਵੀ ਨਹੀਂ, ਸ਼ਾਇਦ ਇਸ ਗੱਲ ਦੇ ਲਈ ਉਹਨਾਂ ਦੇ ਵੱਲੋਂ ਪੱਕੀ ਧਾਰ ਲਈ ਗਈ ਹੈ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ਿੱਦ ਫੜੀ ਜਾਂਦੀ ਹੈ ਕਿ ਅਸੀਂ ਤਾਂ ਜੀ ਇਹ ਖੇਤੀ ਕਾਨੂੰਨ ਰੱਦ ਕਰਨੇ ਹੀ ਨਹੀਂ, ਤਾਂ ਕਿੰਨੀ ਦੇਰ ਤੱਕ ਇਹ ਅੰਦੋਲਨ ਚੱਲਦਾ ਰਹੂਗਾ। ਬੇਸ਼ੱਕ ਕਿਸਾਨਾਂ ਦਾ ਸਿਰੜ ਆ, ਅਸੀਂ ਸਿਰੜ ਨੂੰ ਸਲਾਮ ਕਰਦੇ ਹਾਂ, ਜਿਹੜੇ ਕਿ ਲਗਾਤਾਰ 76-77 ਦਿਨ ਤੋਂ ਉੱਥੇ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਆ, ਆਪਣੇ ਕਈ ਭੈਣਾਂ ਵੀਰ ਗਵਾ ਵੀ ਚੁੱਕੇ ਆ। ਬਹੁਤ ਸਾਰੀ ਉਹਨਾਂ ਨੂੰ ਵਾਤਾਵਰਣ ਦੇ ਨਾਲ ਸੰਬੰਧਿਤ ਕਦੇ ਕੁਦਰਤ ਦੀ ਕੋਈ ਕਰੋਪੀ, ਕਦੇ ਹਨੇਰੀ, ਕਦੇ ਮੀਂਹ, ਕਦੇ ਧੁੰਦ, ਕਦੇ ਕੋਰਾ, ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਦਾ ਸਿਰੜ ਬਰਕਰਾਰ ਹੈ। ਪਰ ਇਹ ਸਿਰੜ ਕਿੰਨੀ ਦੇਰ ਤੱਕ ਰਹੂਗਾ। ਬੇਸ਼ੱਕ ਇਹ ਗੱਲ ਕਹੀ ਗਈ ਹੈ ਕਿ 2 ਅਕਤੂਬਰ ਤੱਕ ਤਾਂ ਇਹ ਅੰਦੋਲਨ ਚੱਲੂਗਾ ਹੀ ਚੱਲੂਗਾ, ਪਰ ਵਿੱਚ ਵਿਚਾਲੇ ਦੀਆਂ ਖਬਰਾਂ ਇਹ ਪ੍ਰਾਪਤ ਹੋ ਰਹੀਆਂ ਵੀ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਵੀ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਪਾਟ ਜਾਣ। ਜਿਸ ਤਰੀਕੇ ਦੇ ਨਾਲ 6 ਤਰੀਕ ਨੂੰ ਜਦੋਂ ਭਾਰਤ ਦੇ ਵਿੱਚ 3 ਘੰਟੇ ਦਾ ਚੱਕਾ ਜਾਮ ਕਿਹਾ ਗਿਆ ਸੀ, ਉਦੋਂ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ ਅਚਾਨਕ ਇਹ ਗੱਲ ਕਹਿ ਦਿੱਤੀ ਗਈ ਕੁਝ ਘੰਟੇ ਪਹਿਲਾਂ ਕਿ ਉੱਤਰਾਖੰਡ ਤੇ ਯੂਪੀ ਦੇ ਵਿੱਚ ਅਸੀਂ ਨਹੀਂ ਚੱਕਾ ਜਾਮ ਕਰਾਂਗੇ ਕਿਉਂਕਿ ਉੱਥੇ ਹਿੰਸਕ ਘਟਨਾਵਾਂ ਵਾਪਰਨ ਦਾ ਡਰ ਹੈ। ਉਸ ਤੋਂ ਬਾਅਦ ਡਾਕਟਰ ਦਰਸ਼ਨਪਾਲ ਨੇ ਤੇ ਕੁਝ ਕੁ ਹੋਰ ਆਗੂਆਂ ਨੇ ਗੱਲ ਕਹੀ ਕਿ ਟਕੈਤ ਹੋਰਾਂ ਨੂੰ ਇਹ ਐਲਾਨ ਕਰਨ ਤੋਂ ਪਹਿਲਾਂ ਸਾਡੇ ਸਭ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ। ਕੇਂਦਰ ਦੀ ਸਰਕਾਰ ਦੀ ਇਹ ਇੱਛਾ ਵੀ ਇਹ ਪਾਟ ਜਾਣ, ਇਹਨਾਂ ਦੇ ਵਿੱਚ ਧੜੇਬੰਦੀ ਪੈਦਾ ਹੋ ਜੇ ਤੇ ਅਸੀਂ ਟਕੈਤ ਨੂੰ ਟਿਕਾ ਲਈਏ। ਤੇ ਬਾਕੀ ਜੇਕਰ ਪੰਜਾਬ ਦੇ ਕਿਸਾਨ ਨਹੀਂ ਵੀ ਮੰਨਦੇ, ਜੇਕਰ ਕਿਸਾਨ ਆਗੂ ਨਹੀਂ ਵੀ ਮੰਨਦੇ, ਤਾਂ ਇਹਨਾਂ ਦੇ ਬਾਬਤ ਅਸੀਂ ਬਾਅਦ ਦੇ ਵਿੱਚ ਸੋਚਾਂਗੇ, ਪਹਿਲਾਂ ਸਾਨੂੰ ਯੂਪੀ ਚਾਹੀਦਾ। ਜੇਕਰ ਉਹਨਾਂ ਦੀ ਇਹ ਕੋਸ਼ਿਸ਼ ਹੈ, ਜੇਕਰ ਉਹਨਾਂ ਦੀ ਸੱਚੀ ਮੁੱਚੀ ਇਹ ਇੱਛਾ ਜਿਵੇਂ ਕਿ ਸਾਨੂੰ ਭਰੋਸੇਯੋਗ ਸੂਤਰਾਂ ਨੇ ਦੱਸਿਆ, ਤਾਂ ਇਹਦਾ ਮਤਲਬ ਇਹ ਹੈ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਬਹੁਤ ਕੁਝ ਅੰਦਰ ਖਾਤੇ ਵਿਉਂਤਿਆ ਜਾ ਰਿਹਾ। ਪਰ ਇਹਦੇ ਨਾਲ ਇੱਕ ਹੋਰ ਵੀ ਜਾਣਕਾਰੀ ਮਿਲੀ ਹੈ ਕਿ ਜੇਕਰ ਸਰਕਾਰ ਨੂੰ ਜਾਪਿਆ ਕਿ ਸਾਨੂੰ ਥੋੜ੍ਹਾ ਜਿਹਾ ਹੋਰ ਝੁਕਣਾ ਚਾਹੀਦਾ, ਤਾਂ
1.5 ਸਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਖੇਤੀ ਕਾਨੂੰਨ ਰੋਕ ਲੈਂਦੇ ਆ। ਸ਼ਾਇਦ ਇਹ 3 ਜਾਂ 3.5 ਸਾਲ ਰੋਕਣ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਗੱਲ ਕਹੀ ਜਾਵੇ ਤੇ ਉਸ ਤੋਂ ਬਾਅਦ ਕਿਸਾਨ ਆਗੂ ਮੰਨਦੇ ਕਿ ਨਹੀਂ ਮੰਨਦੇ, ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਕੁਝ ਕੁ ਲੋਕਾਂ ਦਾ ਇਹ ਕਹਿਣਾ ਵੀ ਜੇਕਰ 3-3.5 ਸਾਲ ਦੇ ਲਈ ਕੇਂਦਰ ਦੀ ਸਰਕਾਰ ਰੋਕਦੀ ਹੈ ਕਾਨੂੰਨ ਤੇ ਇਹ ਗੱਲ ਕਹਿੰਦੀ ਹੈ ਕਿ ਲਿਖਤੀ ਤੌਰ ਦੇ ਉੱਤੇ ਅਸੀਂ MSP ਦੀ ਗਰੰਟੀ ਦਿੰਦੇ ਆ, ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਉਹ ਰਿਹਾ ਕਰ ਦਿੰਦੇ ਆ ਤੇ ਪਰਚੇ ਅਸੀਂ ਰੱਦ ਕਰ ਦਿੰਦੇ ਆ, ਤਾਂ ਉਸ ਤੋਂ ਬਾਅਦ 3-3.5 ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਦੁਬਾਰਾ ਆਉਣੀਆਂ। ਸਾਰੀਆਂ ਸਿਆਸੀ ਪਾਰਟੀਆਂ ਦੇ ਮੂਹਰੇ ਇਹ ਸਵਾਲ ਰੱਖਿਆ ਜਾਊਗਾ ਕਿ ਕੀ ਤੁਸੀਂ ਮੈਨੀਫੈਸਟੋ ਦੇ ਵਿੱਚ ਇਸ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਵਾਅਦੇ ਕਰਦੇ ਆ ਕਿ ਨਹੀਂ, ਤੇ ਉਸ ਤੋਂ ਬਾਅਦ ਅਗਲੀ ਸਰਕਾਰ ਦੇ ਉੱਤੇ ਜ਼ਿੰਮਾ ਪੈ ਸਕਦਾ। ਇਹ ਲੋਕਾਂ ਦੇ ਮਨਾਂ ਦੇ ਵਿੱਚੋਂ ਕੁਝ ਕੁ ਗੱਲਾਂ ਨਿਕਲ ਰਹੀਆਂ, ਲੋਕਾਂ ਦੇ ਮਤ ਆ, ਇਹ ਲੋਕਾਂ ਦੇ ਵਿਚਾਰ ਆ ਕੁਝ ਕੁ। ਹਾਲਾਂਕਿ ਜ਼ਰੂਰੀ ਨਹੀਂ ਕਿ ਇਹ ਸਾਰਾ ਕੁਝ ਇਵੇਂ ਹੋਵੇ, ਪਰ ਵਿਚਾਰ ਤਾਂ ਵਿਚਾਰ ਆ ਤੇ ਵਿਚਾਰ ਦਾ ਅਸੀਂ ਕਦਰ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੰਸਦ ਦੇ ਦੋਹੇ ਸਦਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 3 ਨਵੇਂ ਖੇਤੀ ਕਾਨੂੰਨਾਂ ਦੇ ਉੱਤੇ ਸਰਕਾਰ ਦਾ ਪੱਖ ਰੱਖੇ ਜਾਣ ਤੋਂ ਬਾਅਦ ਸਰਕਾਰ ਕਿਸਾਨ ਸੰਗਠਨਾਂ ਸਾਹਮਣੇ ਨਵਾਂ ਪ੍ਰਸਤਾਵ ਰੱਖ ਸਕਦੀ ਹੈ। ਨਵੇਂ ਸਿਰੇ ਤੋਂ ਇੱਕ ਹੋਰ ਪਹਿਲ ਤੋਂ ਪਹਿਲਾਂ ਸਰਕਾਰ ਦੀਆਂ ਨਜ਼ਰਾਂ ਕਿਸਾਨ ਆਗੂ ਰਾਕੇਸ਼ ਟਕੈਤ ਦੇ ਉੱਤੇ ਟਿਕੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ ਦੇ ਵਿੱਚ ਤੇ ਹੁਣ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਹੋਈ ਬਹਿਸ ਦਾ ਜਵਾਬ ਦੇਣਾ। ਸਰਕਾਰੀ ਸੂਤਰਾਂ ਦੇ ਮੁਤਾਬਕ ਬਹਿਸ ਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਬਾਰੇ ਵਿਸਥਾਰ ਪੂਰਵਕ ਆਪਣਾ ਪੱਖ ਰੱਖ ਚੁੱਕੇ ਨੇ ਤੇ ਰੱਖਣਗੇ ਵੀ। ਇਸ ਦੌਰਾਨ ਉਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਗੱਲ ਵੀ ਕੀਤੀ ਜਾਵੇਗੀ। ਸੂਤਰਾਂ ਨੇ ਇਹ ਵੀ ਕਿਹਾ ਕਿ ਸਰਕਾਰ ਆਪਣੇ ਵੱਲੋਂ ਕਿਸਾਨਾਂ ਨੂੰ 1.5 ਸਾਲ ਤੱਕ ਤਿੰਨੇ ਕਾਨੂੰਨ ਰੱਦ ਕਰਨ ਤੇ ਸਰਬ ਪਾਰਟੀ ਕਮੇਟੀ ਬਣਾਉਣ ਦਾ ਪ੍ਰਸਤਾਵ ਪਹਿਲਾਂ ਹੀ ਦੇ ਚੁੱਕੀ ਹੈ। ਜੇ ਕੋਈ ਨਵੀਂ ਪਹਿਲ ਹੁੰਦੀ ਹੈ ਤਾਂ ਉਸ ਦੇ ਕੇਂਦਰ ਦੇ ਵਿੱਚ ਸਰਕਾਰ ਹੁਣ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੀ ਥਾਂ ਦੇ ਉੱਤੇ ਰਾਕੇਸ਼ ਟਕੈਤ ਨੂੰ ਰੱਖੇਗੀ। ਸਰਕਾਰੀ ਰਣਨੀਤੀਕਾਰ ਮੰਨਦੇ ਨੇ ਕਿ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਮੁਕਾਬਲੇ ਟਕੈਤ ਦਾ ਸਟੈਂਡ ਕੁਝ ਲਚਕੀਲਾ। 6 ਫਰਵਰੀ ਨੂੰ ਰਾਸ਼ਟਰੀ ਪੱਧਰ ਦੇ ਚੱਕਾ ਜਾਮ ਤੋਂ ਉੱਤਰ ਪ੍ਰਦੇਸ਼, ਦਿੱਲੀ ਤੇ ਉੱਤਰਾਖੰਡ ਨੂੰ ਦੂਰ ਰੱਖ ਕੇ ਟਕੈਤ ਨੇ ਇਸ ਸੰਬੰਧੀ ਸੰਕੇਤ ਵੀ ਦੇ ਦਿੱਤਾ ਸੀ। ਇਸ ਨਾਲ ਅੰਦੋਲਨਕਾਰੀ ਕਿਸਾਨ ਮੋਰਚੇ ਵਿੱਚ ਮਤਭੇਦ ਵੀ ਉਜਾਗਰ ਹੋਏ। ਅੰਦੋਲਨ ਦੇ ਇਸ ਪੜਾਅ ਦੇ ਵਿੱਚ ਟਕੈਤ ਹੁਣ ਕਿਸਾਨਾਂ ਦਾ ਨਵਾਂ ਚਿਹਰਾ ਬਣ ਕੇ ਉੱਭਰੇ ਨੇ। ਇੰਝ ਹੁਣ 3 ਨਵੇਂ ਖੇਤੀ ਕਾਨੂੰਨਾਂ ਨੂੰ ਲੰਮੇ ਸਮੇਂ ਤੱਕ ਟਾਲੇ ਜਾਣ ਦੇ ਅਸਾਰ ਪੈਦਾ ਹੁੰਦੇ ਜਾ ਰਹੇ ਨੇ। ਸਰਕਾਰ ਇਸ ਤੋਂ ਪਹਿਲਾਂ 1.5 ਸਾਲ ਤੱਕ ਕਾਨੂੰਨ ਟਾਲਣ ਦੇ ਲਈ ਤਿਆਰ ਹੋਈ ਸੀ, ਪਰ ਮੰਨਿਆ ਜਾ ਰਿਹਾ ਕਿ ਹੁਣ 3 ਜਾਂ 3.5 ਸਾਲ ਦੇ ਲਈ ਵੀ ਟਾਲਣ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਹਰ ਗੱਲ ਨੂੰ ਤੋਲ ਕੇ ਦੇਖਿਆ ਜਾ ਰਿਹਾ ਵੀ ਕੌਣ ਕਿੰਨੇ ਕੁ ਜੋਗਾ, ਕੌਣ ਕਿੱਥੇ ਜੇ ਖੜਾ, ਕਿੰਨੇ ਕੁ ਲੋਕ ਵਾਪਸ ਜਾ ਰਹੇ ਤੇ ਕਿੰਨੇ ਕੁ ਲੋਕ ਵੱਖ-ਵੱਖ ਬਾਰਡਰਾਂ ਦੇ ਉੱਤੇ ਹੋਰ ਆ ਰਹੇ ਆ। ਉਸ ਤੋਂ ਬਾਅਦ ਇਹ ਲੱਗਦਾ ਵੀ ਕੇਂਦਰ ਦੀ ਸਰਕਾਰ ਨੇ ਇਹ ਤਾਂ ਗੱਲ ਪੱਕੀ ਧਾਰ ਲਈ ਆ ਕਿ ਖੇਤੀ ਕਾਨੂੰਨ ਰੱਦ ਨਹੀਂ ਕਰਨੇ। ਹਾਲਾਂਕਿ ਕਿਸਾਨਾਂ ਦਾ ਸਟੈਂਡ ਇਹੀ ਆ ਵੀ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਵਾਪਸ ਨਹੀਂ ਜਾਣਾ। ਪਰ ਕੇਂਦਰ ਦੇ ਕੁਝ ਕੁ ਮੰਤਰੀਆਂ ਦਾ ਤੇ ਕੁਝ ਕੁ ਹੋਰ ਅਹੁਦੇਦਾਰਾਂ ਦਾ ਇਹ ਕਹਿਣਾ ਵੀ ਹਰ ਬੰਦਾ ਆਪਣੇ ਘਰ ਦੀ ਖਿੱਚ ਰੱਖਦਾ। ਹਰ ਬੰਦੇ ਦੀ ਇੱਛਾ ਹੁੰਦੀ ਕਿ ਮੈਂ ਆਪਦੇ ਟੱਬਰ ਦੇ ਵਿੱਚ ਜਾਵਾਂ। ਕੋਈ ਬੰਦਾ 2 ਮਹੀਨੇ 3 ਮਹੀਨੇ ਦੇ ਲਈ ਕਿਤੇ ਬੈਠ ਸਕਦਾ, ਪਰ ਇਹ ਨਹੀਂ ਹੋ ਸਕਦਾ ਕਿ 6 ਮਹੀਨੇ ਲਈ ਜਾਂ ਸਾਲ ਦੇ ਲਈ ਵੀ ਬੈਠਾ ਰਹੇ। ਇਸ ਕਰਕੇ ਕੇਂਦਰ ਦੀ ਸਰਕਾਰ ਇਸ ਗੱਲ ਦੀ ਉਡੀਕ ਕਰ ਰਹੀ ਹੈ ਕਿ ਕਿਸਾਨਾਂ ਦਾ ਦਮ ਕਿੰਨੀ ਕੁ ਦੇਰ ਤੱਕ ਨਹੀਂ ਫੁੱਲਦਾ, ਤੇ ਉਹਨਾਂ ਨੂੰ ਇਸ ਗੱਲ ਦੀ ਉਡੀਕ ਹੈ ਕਿ ਜਦੋਂ ਦਮ ਫੁੱਲ ਗਿਆ ਨਾਲ ਦੀ ਨਾਲ ਅਸੀਂ ਇਹ ਗੱਲ ਕਹਾਂਗੇ ਜੀ ਕਿ ਆਹ ਨਹੀਂ ਫਿਰ ਆਪਾਂ ਆਹ ਕਰ ਲੈਂਦੇ ਹਾਂ, ਆਹ ਨਹੀਂ ਹੁਣ ਆਪਾਂ ਆਹ ਕਰ ਲੈਂਦੇ ਹਾਂ। ਬੇਸ਼ੱਕ ਟਕੈਤ ਹੋਰਾਂ ਨੇ ਗੱਲ ਕਹੀ ਹੈ ਕਿ ਤੁਸੀਂ ਜ਼ੁਬਾਨੀ ਕਲਾਮੀ ਕਹਿ ਰਹੇ ਆ ਕਿ MSP ਲਾਗੂ ਰਹੂਗੀ, ਹੈ ਵੀ ਤੇ ਸੀ ਵੀ, ਪਰ ਜੇਕਰ ਤੁਸੀਂ ਗਰੰਟੀ ਬਣਾ ਕੇ ਦਿਓ ਤਾਂ ਗੱਲ ਤਾਂ ਬਣਦੀ ਹੈ, ਨਹੀਂ ਤਾਂ ਇਸ ਮਾਮਲੇ ਦੇ ਉੱਤੇ ਜ਼ੁਬਾਨੀ ਕਲਾਮੀ ਕੋਈ ਤਰਕ ਦੀ ਮਤਲਬ ਨਹੀਂ ਹੈ। ਦੂਜੇ ਪਾਸੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਕਿ ਅਸੀਂ ਨਾ ਤਾਂ ਪ੍ਰਧਾਨ ਮੰਤਰੀ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਹਾਂ, ਨਾ ਹੀ ਅਸੀਂ ਕੇਂਦਰ ਦੇ ਮੰਤਰੀਆਂ ਦੇ ਉੱਤੇ ਅੰਨਾ ਭਰੋਸਾ ਕਰਦੇ ਹਾਂ। ਇਹਨਾਂ ਨੇ 11 ਮੀਟਿੰਗਾਂ ਕੀਤੀਆਂ, ਮੀਟਿੰਗ ਦੇ ਵਿੱਚ ਕੁਝ ਹੋਰ ਕਹਿ ਕੇ ਜਾਂਦੇ ਆ ਤੇ ਲੋਕ ਸਭਾ ਰਾਜ ਸਭਾ ਦੇ ਵਿੱਚ ਕੁਝ ਹੋਰ ਕਹਿਣ ਲੱਗ ਪੈਂਦੇ ਆ, ਪੱਤਰਕਾਰਾਂ ਦੇ ਮੂਹਰੇ ਕੁਝ ਹੋਰ ਕਹਿਣ ਲੱਗ ਪੈਂਦੇ ਆ। ਇਸ ਕਰਕੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਗਲੀ ਮੀਟਿੰਗ ਜਦੋਂ ਵੀ ਹੋਣੀ ਆ ਉਹ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦੇ ਨਾਲ ਹੋਣੀ ਚਾਹੀਦੀ ਹੈ। ਹੁਣ ਅਸੀਂ ਬਾਕੀ ਵਿਚਕਾਰਲੇ ਨੇਤਾਵਾਂ ਦੀ ਮੰਗ ਨਹੀਂ ਕਰਦੇ, ਉਹਨਾਂ ਨੇ ਵੀ ਤਾਂ ਤੁਹਾਨੂੰ ਪੁੱਛ ਕੇ ਫੈਸਲੇ ਲੈਣੇ ਆ। ਇਸ ਕਰਕੇ ਤੁਸੀਂ ਸਿੱਧੇ ਹੀ ਸਾਡੇ ਨਾਲ ਗੱਲਬਾਤ ਕਰੋ। ਸੋ ਇਹ ਗੱਲ ਪੱਕੀ ਹੈ ਕਿ ਇਸ ਵਕਤ ਕੇਂਦਰ ਦੀਆਂ ਕੋਸ਼ਿਸ਼ਾਂ ਟਕੈਤ ਨੂੰ ਟਿਕਾਉਣ ਦੇ ਉੱਤੇ ਲੱਗੀਆਂ ਹੋਈਆਂ। ਕੋਈ ਮੰਨੇ ਜਾਂ ਨਾ ਮੰਨੇ, ਪਰ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਸਾਹਮਣੇ ਆ ਸਕਦੀ ਹੈ, ਕਿਉਂਕਿ ਤੁਸੀਂ ਪਿਛਲੇ 26 ਜਨਵਰੀ ਤੋਂ ਲੈ ਕੇ ਤੇ ਅੱਜ ਤੱਕ ਦਾ ਵਰਤਾਰਾ ਦੇਖੋ। ਪੰਜਾਬ ਦੇ ਕਿਸਾਨ ਆਗੂਆਂ ਦੀ ਗੱਲ ਬਹੁਤ ਘੱਟ ਹੋਊਗੀ, ਗਾਜ਼ੀਪੁਰ ਦੇ ਬਾਰਡਰ ਦੀ ਤੇ ਰਾਕੇਸ਼ ਟਕੈਤ ਦੀ ਗੱਲ ਸਭ ਤੋਂ ਵੱਧ ਹੋਊਗੀ। ਤੇ 80 ਸੀਟਾਂ ਲੋਕ ਸਭਾ ਦੀਆਂ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਕੇਂਦਰ ਦੀ ਸਰਕਾਰ ਨੂੰ ਸ਼ਾਇਦ ਇਹ ਜਾਪਦਾ ਕਿ ਜੇਕਰ ਅਸੀਂ ਟਕੈਤ ਨੂੰ ਟਿਕਾ ਲੈਂਦੇ ਤਾਂ ਸਾਡੀਆਂ 80 ਸੀਟਾਂ ਦੇ ਉੱਤੇ ਪ੍ਰਭਾਵ ਪੈਂਦਾ। 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਯੂਪੀ ਦੇ ਵਿੱਚ ਵੀ ਹੋਣੀਆਂ। ਬੀਜੇਪੀ ਸ਼ਾਇਦ ਇਸ ਗੱਲ ਨੂੰ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਸਾਡੀ ਛੇਤੀ ਕਿਤੇ ਦਾਲ ਗਲਣੀ ਨਹੀਂ, ਅਸੀਂ ਜੋ ਮਰਜ਼ੀ ਕਰ ਲਈਏ,
ਸਿੱਖ ਭਾਈਚਾਰੇ ਦੇ ਵਿੱਚ, ਪੰਜਾਬ ਦੇ ਕਿਸਾਨਾਂ ਦੇ ਵਿੱਚ ਸਾਡੇ ਪ੍ਰਤੀ ਬਹੁਤ ਵੱਡੀ ਇਸ ਵਕਤ ਨਫ਼ਰਤ ਦੀ ਲਹਿਰ ਚੱਲੀ ਹੋਈ ਹੈ। ਇਸ ਕਰਕੇ ਉੱਤਰ ਪ੍ਰਦੇਸ਼ ਦੀ ਚੋਣ ਨੂੰ ਮੁੱਖ ਰੱਖ ਕੇ, ਆਉਂਦੇ ਸਮੇਂ ਨੂੰ ਮੁੱਖ ਰੱਖ ਕੇ ਟਕੈਤ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਬਾਕੀ ਸਾਰਾ ਕੁਝ ਸਮੇਂ ਨੇ ਬਿਆਨ ਕਰਨਾ, ਪਰ ਫਿਲਹਾਲ ਰਿਪੋਰਟਾਂ ਇਹ ਦੱਸਦੀਆਂ ਕਿ ਸਰਕਾਰ ਦਾ ਰਵੱਈਆ ਜਿਹੜਾ ਉਹ ਇਸ ਵਕਤ ਪੰਜਾਬ ਦੇ ਕਿਸਾਨ ਆਗੂਆਂ ਦੇ ਪ੍ਰਤੀ ਹੋਰ ਹੈ ਤੇ ਟਕੈਤ ਦੇ ਪ੍ਰਤੀ ਹੋਰ ਹੈ। ਤੇ ਹਾਲ ਦੀ ਘੜੀ ਸਾਰੇ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਅਸੀਂ ਇਕਜੁੱਟ ਹਾਂ, ਇਕਜੁੱਟ ਰਹਿਣ, ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ ਜਿਹੜੀਆਂ ਕਿ ਅੰਦਰਮੁਖੀ ਆ, ਹਾਲੇ ਤੱਕ ਬਾਹਰਮੁਖੀ ਉਹ ਨਹੀਂ ਹੋਈਆਂ। ਦੀਪ ਸਿੱਧੂ ਦੀ ਲੰਘੇ ਕੱਲ੍ਹ ਗ੍ਰਿਫਤਾਰੀ ਹੋਈ ਆ ਕਰਨਾਲ ਬਾਈਪਾਸ ਤੋਂ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ। ਪਹਿਲਾਂ ਖਬਰ ਇਹ ਪ੍ਰਾਪਤ ਹੋਈ ਕਿ ਦੀਪ ਸਿੱਧੂ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਫਿਰ ਖਬਰ ਇਹ ਆਈ ਕਿ ਉਹਨੂੰ ਤਾਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨੂੰ ਉਸ ਵਕਤ ਕਿਸੇ ਦੀ ਉਡੀਕ ਕਰਦੇ ਵੇਖਿਆ ਗਿਆ। ਉਹ ਕਿਸੇ ਦੀ ਉਡੀਕ ਕਰ ਰਿਹਾ ਸੀ। ਹਾਲਾਂਕਿ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਇਹ ਸਾਰੀ ਗੱਲਬਾਤ ਕਿੰਨੀ ਕੁ ਸੱਚੀ ਹੈ, ਕਿੰਨੀ ਕੁ ਨਹੀਂ, ਅਸੀਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਦੀਪ ਸਿੱਧੂ ਦੇ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਹੀਆਂ ਜਾ ਰਹੀਆਂ। ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਬਿਹਾਰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਸੀ। ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਦੀ ਇੱਕ ਮਿੱਤਰ ਹੈ ਜਿਹੜੀ ਉਹ ਕੈਲੀਫੋਰਨੀਆ ਤੋਂ, ਉਹਦੇ ਵੱਲੋਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਸੀ। ਸੂਤਰ ਦੱਸਦੇ ਹਨ, ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇਹ ਗੱਲਾਂ ਮੈਨੂੰ ਬਚਕਾਨਾ ਜਿਹੀਆਂ ਲੱਗਦੀਆਂ। ਕੋਈ ਕਿੱਥੋਂ ਵੀਡੀਓ ਪੋਸਟ ਕਰਦਾ ਸੀ, ਇਹਦੀ ਕੀ ਤੁਕ ਬਣਦੀ ਹੈ? ਕਿਉਂਕਿ ਦੀਪ ਸਿੱਧੂ ਤਾਂ ਖੁਦ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਗੱਲ ਕਹਿੰਦਾ ਰਿਹਾ ਕਿ ਮੈਂ ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਬੈਠਾ, ਮੈਂ ਹੁਣ ਫਲਾਣੀ ਥਾਂ ਤੇ ਬੈਠਾ। ਤੇ ਅਸੀਂ ਇਹ ਗੱਲ ਕਹੀ ਜਾਈਏ ਕਿ ਕੈਲੀਫੋਰਨੀਆ ਦੇ ਰਾਹੀਂ ਸਾਰੀਆਂ ਵੀਡੀਓ ਪੈਣੀਆਂ ਸੀ। ਇਹ ਗੱਲ ਆਪਣੇ ਆਪ ਦੇ ਵਿੱਚ ਹਾਸੋਹੀਣੀ ਜੀ ਜਾਪਦੀ ਹੈ। ਪਰ 1 ਲੱਖ ਰੁਪਈਏ ਦਾ ਇਨਾਮ ਦੀਪ ਸਿੱਧੂ ਦੇ ਉੱਤੇ ਰੱਖਿਆ ਗਿਆ ਸੀ। ਦੀਪ ਸਿੱਧੂ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। 26 ਤਰੀਕ ਤੋਂ ਬਾਅਦ ਵੀ ਹੁਣ ਤੱਕ ਕਈ ਵਾਰ ਦੀਪ ਸਿੱਧੂ ਨੇ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਕਈ ਆਪਣੇ ਜਿਹੜੇ ਉਹ ਪ੍ਰਗਟਾਵੇ ਕੀਤੇ ਆ। ਉਹਨੇ ਆਪਣੀਆਂ ਸਫਾਈਆਂ ਪੇਸ਼ ਕੀਤੀਆਂ ਕਿ ਮੈਂ ਗਦਾਰ ਨਹੀਂ। ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਸਮੇਂ-ਸਮੇਂ ਦੇ ਉੱਤੇ ਕਿ ਮੈਂ ਵਹਿਣ ਦੇ ਵਿੱਚ ਬਾਕੀ ਲੋਕਾਂ ਨੇ ਵਾਂਗੂ ਵਹਿ ਗਿਆ। ਜੇਕਰ ਮੈਂ ਗਦਾਰ ਆ ਤਾਂ ਜਿਹੜੇ ਲੋਕ ਉੱਥੇ ਵੱਡੀ ਗਿਣਤੀ ਦੇ ਵਿੱਚ ਲਾਲ ਕਿਲ੍ਹੇ ਦੇ ਵੱਲ ਗਏ ਸੀ ਉਹ ਸਾਰੇ ਗਦਾਰ ਆ। ਮੈਂ ਕਿਸੇ ਨੂੰ ਭੜਕਾਉਣ ਦਾ ਕੰਮ ਨਹੀਂ ਕੀਤਾ। ਕੁਝ ਕੁ ਲੋਕਾਂ ਦੇ ਵੱਲੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਮੇਂ ਨੇ ਸਾਰਾ ਸੱਚ ਬਿਆਨ ਕਰ ਦੇਣਾ। ਪਰ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਲੱਖਾ ਸਿਧਾਣਾ ਹੋਰੀ ਲਾਈਵ ਹੋਏ ਆ। ਲੱਖਾ ਸਿਧਾਣਾ ਦੇ ਉੱਤੇ ਵੀ ਪਰਚਾ ਦਰਜ ਹੈ। ਇੱਕ ਵੇਲਾ ਸੀ ਜਦੋਂ ਲੱਖਾ ਸਿਧਾਣੇ ਦਾ ਸਬੰਧ ਆ ਜਿਹੜਾ ਉਹ ਗੈਂਗਸਟਰਾਂ ਨਾਲ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਨਿੱਠ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਡਟਿਆ ਹੋਇਆ ਨੌਜਵਾਨ ਆ। ਸੋ ਉਹਦੇ ਉੱਤੇ ਵੀ ਪਰਚਾ ਦਰਜ ਹੋਇਆ ਤੇ ਉਹ ਵੀ ਸਮੇਂ-ਸਮੇਂ ਦੇ ਉੱਤੇ ਟਰਾਲੀ ਦੇ ਵਿੱਚ ਬੈਠ ਕੇ ਜਾਂ ਤੰਬੂਆਂ ਦੇ ਵਿੱਚ ਬੈਠ ਕੇ ਤੇ ਫੇਸਬੁੱਕ ਦੇ ਉੱਤੇ ਲਾਈਵ ਹੁੰਦਾ। ਉਹਨੇ ਇਹ ਗੱਲ ਕਹੀ ਹੈ ਕਿ ਇੱਕ ਤਾਂ ਪੰਜਾਬ ਦੇ ਕਿਸਾਨ ਆਪਣੇ ਹੱਥ ਦੇ ਵਿੱਚ ਅੰਦੋਲਨ ਰੱਖਣ, ਦੂਜੀ ਗੱਲ ਇਹ ਆ ਕਿ ਇਸ ਵਕਤ ਅਸੀਂ ਨੌਦੀਪ ਕੌਰ ਦੇ ਬਾਰੇ ਵੀ ਸੋਚੀਏ ਤੇ ਜਿਹੜੇ ਵੀ ਇਸ ਵਕਤ ਕਿਸਾਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਵੀ ਪਛਾਣੀਏ ਤੇ ਸਭ ਨੂੰ ਏਕੇ ਦੇ ਵਿੱਚ ਬੱਝ ਕੇ ਰਹਿਣਾ ਚਾਹੀਦਾ। ਲੱਖੇ ਸਿਧਾਣੇ ਨੇ ਇਹ ਵੀ ਗੱਲ ਕਹੀ ਆ ਕਿ ਸਾਨੂੰ ਕੂੜ ਪ੍ਰਚਾਰ ਨਹੀਂ ਕਰਨਾ ਚਾਹੀਦਾ, ਸਾਨੂੰ ਇਸ ਵਕਤ ਏਕੇ ਦੇ ਵਿੱਚ ਬੱਝੇ ਰਹਿਣਾ ਚਾਹੀਦਾ ਤੇ ਤਾਕਤ ਦੇ ਨਾਲ ਹੀ ਕੇਂਦਰ ਦੀ ਸਰਕਾਰ ਨੂੰ ਹਰਾਇਆ ਜਾ ਸਕਦਾ, ਨਹੀਂ ਤਾਂ ਕਿਸੇ ਦਾ ਕੁਝ ਵੀ ਵਟਿਆ ਨਹੀਂ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਗਣਤੰਤਰ ਦਿਵਸ ਦੇ ਮੌਕੇ ਦਿੱਲੀ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ 2 ਨਾਂ ਚਰਚਾ ਦੇ ਵਿੱਚ ਨੇ, ਇੱਕ ਦੀਪ ਸਿੱਧੂ, ਦੂਜਾ ਲੱਖਾ ਸਿਧਾਣਾ। ਫਿਲਹਾਲ ਦਿੱਲੀ ਦੀ ਪੁਲਿਸ ਦੇ ਵੱਲੋਂ ਦੀਪ ਸਿੱਧੂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ। ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਉੱਤੇ ਦਿੱਲੀ ਅੰਦਰ ਕਥਿਤ ਹਿੰਸਾ ਭੜਕਾਉਣ ਦੇ ਇਲਜ਼ਾਮ ਨੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਫੇਸਬੁੱਕ ਵੀਡੀਓ ਰਾਹੀਂ ਲੋਕਾਂ ਨੂੰ ਸੁਨੇਹੇ ਜਾਰੀ ਕਰਦੇ ਰਹਿੰਦੇ ਨੇ। ਇਸੇ ਦਰਮਿਆਨ ਲੱਖਾ ਸਿਧਾਣਾ ਨੇ ਲੰਘੇ ਕੱਲ੍ਹ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ। ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਭ ਨੂੰ ਇਕੱਠੇ ਹੋਣਾ ਚਾਹੀਦਾ। ਉਸ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਂ ਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ, ਜਿਸ ਨਾਲ ਲੋਕਾਂ ਦੇ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਸ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ, ਪਰ ਅੱਜ ਇਹ ਅੰਦੋਲਨ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਸਭ ਨੂੰ ਜਾਂਦਾ ਹੋਇਆ ਦਿਸ ਰਿਹਾ। ਲੱਖਾ ਸਿਧਾਣਾ ਨੇ ਅਪੀਲ ਕੀਤੀ ਕਿ ਅਸੀਂ ਆਪਣਾ ਹੰਕਾਰ ਤੇ ਆਪਸੀ ਗੁੱਸੇ ਗਲੇ ਛੱਡਦੇ ਗਏ ਤੇ ਇੱਕ ਹੋਈਏ, ਕਿਉਂਕਿ ਇਹ ਪੂਰੇ ਪੰਜਾਬ ਦਾ ਮਸਲਾ ਹੈ। ਮੈਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਬਹੁਤ ਨੌਜਵਾਨਾਂ ਨੇ ਮਾਰਚ ਕੱਢੇ ਤੇ ਮੇਰੇ ਹੱਕ ਦੇ ਵਿੱਚ ਵੀ ਬੋਲਿਆ। ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ। ਲੱਖੇ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਦੇਵਾਂਗਾ, ਪਰ ਆਪਣੇ ਲੋਕਾਂ ਨਾਲ ਬੇਵਿਸ਼ਵਾਸੀ ਨਹੀਂ ਕਰਾਂਗਾ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਪਾਉਣ ਜਿਸ ਨਾਲ ਅੰਦੋਲਨ ਨੂੰ ਸੱਟ ਵੱਜੇ ਜਾਂ ਅੰਦੋਲਨ ਖਰਾਬ ਹੋਵੇ। ਉਸ ਨੇ ਇਹ ਵੀ ਕਿਹਾ ਕਿ ਹਰਿਆਣੇ ਤੇ ਰਾਜਸਥਾਨ ਦੇ ਲੋਕ ਮਹਾਂ ਪੰਚਾਇਤਾਂ ਕਰ ਰਹੇ ਨੇ, ਪਰ ਪੰਜਾਬ ਦੇ ਲੋਕ ਅਜੇ ਵੀ ਇਹੀ ਸੋਚੀ ਜਾ ਰਹੇ ਨੇ ਕਿ ਕੌਣ ਗਲਤ ਹੈ ਤੇ ਕੌਣ ਸਹੀ। ਪਰ ਗਲਤ ਸਹੀ ਦਾ ਫੈਸਲਾ ਸਮੇਂ ਨੇ ਕਰਨਾ। ਸਾਰਾ ਕੁਝ ਸਭ ਦੇ ਸਾਹਮਣੇ ਆ ਹੀ ਜਾਣਾ।
ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੱਖੇ ਸਿਧਾਣੇ ਦੇ ਵੱਲੋਂ ਜਿਹੜੀ ਆਪਣੀ ਨਵੀਂ ਵੀਡੀਓ ਆ ਉਹਦੇ ਵਿੱਚ ਕੀਤੇ ਗਏ ਪ੍ਰਗਟਾਵੇ ਪੇਸ਼ ਕੀਤੇ ਵਿਚਾਰ ਬਿਲਕੁਲ ਸਹੀ ਹੈ। ਮੇਰੇ ਖਿਆਲ ਦੇ ਮੁਤਾਬਕ ਇਹਦੇ ਵਿੱਚ ਕੁਝ ਗਲਤ ਨਹੀਂ ਹੈ। ਜਿਵੇਂ ਅਸੀਂ ਪਹਿਲੀ ਵੀਡੀਓ ਦੇ ਵਿੱਚ ਖਦਸ਼ਾ ਜ਼ਾਹਰ ਕੀਤਾ ਕਿ ਇਹ ਕਿਸਾਨ ਅੰਦੋਲਨ ਆ ਜਿਹੜਾ ਇਹ ਹੋਰਨਾਂ ਦੇ ਹੱਥਾਂ ਦੇ ਵਿੱਚ ਜਾਂਦਾ ਹੋਇਆ ਪ੍ਰਤੀਤ ਹੋ ਰਿਹਾ ਤੇ ਕਿਤੇ ਇਹ ਨਾ ਹੋਵੇ ਕੇਂਦਰ ਦੀ ਸਰਕਾਰ ਯੂਪੀ ਨੂੰ ਮੁੱਖ ਰੱਖ ਕੇ ਕਈਆਂ ਨੂੰ ਟਿਕਾ ਲਵੇ। ਸੋ ਇਸ ਕਰਕੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਇਕਜੁੱਟ ਹੋਣਾ ਚਾਹੀਦਾ। ਇਹ ਵੀ ਗੱਲ ਸੱਚੀ ਆ ਵੀ ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬ ਦੇ ਕਿਸਾਨ ਨੇਤਾਵਾਂ ਦੀਆਂ ਇੱਕ ਦੂਜੇ ਦੇ ਨਾਲ ਨਾਰਾਜ਼ਗੀਆਂ ਸਾਹਮਣੇ ਆਈਆਂ। ਜਦੋਂ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਹੋਏ ਆ ਉਸ ਤੋਂ ਬਾਅਦ ਫੇਸਬੁੱਕ ਦੇ ਉੱਤੇ ਵੀ ਵਿਚਾਰਾਂ ਦਾ ਜਵਾਰ ਭਾਟਾ ਆ ਗਿਆ। ਕੋਈ ਕਿਸੇ ਨੂੰ ਮਾੜਾ ਲਿਖ ਰਿਹਾ, ਕੋਈ ਕਿਸੇ ਨੂੰ ਗਦਾਰ ਲਿਖੀ ਜਾਂਦਾ, ਕੋਈ ਕਿਸੇ ਨੂੰ ਕਾਮਰੇਡ ਲਿਖੀ ਜਾਂਦਾ, ਕੋਈ ਕਿਸੇ ਨੂੰ ਵਕਾਊ ਲਿਖੀ ਜਾਂਦਾ। ਸਭ ਦੇ ਆਪੋ ਆਪਣੇ ਵਿਚਾਰ ਆ ਤੇ ਬੇਨਤੀ ਇਹ ਆ ਕਿ ਆਪਾਂ ਜਿੰਨੀ ਦੇਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਆਪਦੀ ਵਿਦਵਤਾ ਨੂੰ ਕੋਲ ਰੱਖੀਏ। ਸਭ ਤੋਂ ਵੱਡੀ ਗੱਲ ਇਹ ਆ। ਉਸ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਅਸੀਂ ਇੱਦਾਂ ਦੇ ਵਿਚਾਰ ਪ੍ਰਗਟ ਕਰਦੇ ਹਾਂ, ਕਿਸੇ ਨੂੰ ਮਾੜਾ ਕਹਿ ਦਿੰਦੇ ਹਾਂ, ਸਾਡੇ ਕੋਲੇ ਸਬੂਤ ਕੋਈ ਨਹੀਂ ਹੁੰਦਾ। ਅੱਜ ਕੋਈ ਦੀਪ ਨੂੰ ਮਾੜਾ ਕਹਿ ਰਿਹਾ, ਕੋਈ ਲੱਖੇ ਨੂੰ ਮਾੜਾ ਕਹਿ ਰਿਹਾ, ਕੋਈ ਰਾਜੇਵਾਲ ਨੂੰ ਮਾੜਾ ਕਹਿ ਰਿਹਾ, ਕੋਈ ਪੰਧੇਰ ਨੂੰ ਮਾੜਾ ਕਹਿ ਰਿਹਾ, ਕੋਈ ਡਾਕਟਰ ਦਰਸ਼ਨਪਾਲ ਦੇ ਬਾਬਤ ਅਪਸ਼ਬਦਾਂ ਦੀ ਵਰਤੋਂ ਕਰ ਰਿਹਾ। ਇਹੀ ਤਾਂ ਕੇਂਦਰ ਦੀ ਸਰਕਾਰ ਦੇ ਨੁਮਾਇੰਦੇ ਤੇ ਏਜੰਸੀਆਂ ਚਾਹੁੰਦੀਆਂ ਕਿ ਪੰਜਾਬੀ ਆ ਜਿਹੜੇ ਇਹ ਦੁਨੀਆ ਭਰ ਦੇ ਵਿੱਚ ਬੈਠੇ ਆਪਸ ਦੇ ਵਿੱਚ ਪਾਟੇ ਰਹਿਣ, ਇਹ ਆਪਸ ਦੇ ਵਿੱਚ ਸਿੰਘ ਫਸਾਈ ਰੱਖਣ ਤੇ ਧਿਆਨ ਇਹਨਾਂ ਦਾ ਮੁੱਦੇ ਤੋਂ ਲਾਂਭੇ ਹੋ ਜੇ। ਤੇ ਪੰਜਾਬ ਦੇ ਲੋਕ ਤਾਂ ਲੜਦੇ ਹੀ ਆ ਇਹੋ ਜਿਹੇ ਮਾਮਲਿਆਂ ਦੇ ਉੱਤੇ, ਇਹਨਾਂ ਨੇ ਸਿੱਟੇ ਦੇ ਉੱਤੇ ਤਾਂ ਪਹੁੰਚਣਾ ਨਹੀਂ। ਇਸ ਕਰਕੇ ਅਸੀਂ ਹੋਰ ਸੂਬੇ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਉੱਥੋਂ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਤੇ ਪੰਜਾਬ ਨੂੰ ਲਾਂਭੇ ਕਰ ਦਈਏ। ਸੋ ਇਸ ਕਰਕੇ ਗਿਲੇ ਸ਼ਿਕਵੇ ਸਾਡੇ ਬਹੁਤ ਸਾਰੇ ਹੋ ਸਕਦੇ ਆ, ਸਾਡੇ ਅੰਦਰ ਬਹੁਤ ਸਾਰੇ ਵਿਚਾਰ ਹੋ ਸਕਦੇ ਆ, ਪਰ ਅਸੀਂ ਸਮਾਂ ਦੇਖੀਏ ਕਿ ਕਿਹੜੇ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਉਸ ਤੋਂ ਵੱਡੀ ਗੱਲ ਇਹ ਹੈ ਕਿ ਲੱਖੇ ਸਿਧਾਣੇ ਨੇ ਜਿਹੜੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਹੋਣੀਆਂ ਚਾਹੀਦੀਆਂ ਜਿਵੇਂ ਕਿ ਰਾਜਸਥਾਨ ਦੇ ਵਿੱਚ ਹੋ ਰਹੀਆਂ, ਜਿਵੇਂ ਹਰਿਆਣੇ 'ਚ ਹੋ ਰਹੀਆਂ, ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਹੋ ਰਹੀਆਂ। ਬਿਲਕੁਲ ਦਰੁਸਤ ਗੱਲ ਹੈ। ਪੰਜਾਬ ਦੇ ਵਿੱਚ ਵੱਡੇ ਵੱਡੇ ਇਕੱਠ ਹੋਣੇ ਚਾਹੀਦੇ ਆ। ਪੰਜਾਬ ਦੇ ਵਿੱਚ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਵੀ ਲੋਕਾਂ ਦੇ ਉਵੇਂ ਇਕੱਠ ਹੋਣੇ ਚਾਹੀਦੇ ਜਿਵੇਂ ਕਿ ਬਾਰਡਰਾਂ ਦੇ ਉੱਤੇ ਜਾ ਕੇ ਹੋਏ ਆ। ਪੰਜਾਬ ਦੀ ਜਿਹੜੀ ਜਵਾਨੀ ਇਸ ਵਕਤ ਨਿਰਾਸ਼ਤਾ ਦੇ ਵਿੱਚ ਜਾਂਦੀ ਪ੍ਰਤੀਤ ਹੋ ਰਹੀ ਹੈ। ਮੈਂ ਪ੍ਰਤੀਤ ਸ਼ਬਦ ਤਾਂ ਕਰਕੇ ਵਰਤ ਰਿਹਾ ਕਿਉਂਕਿ ਹੋ ਸਕਦਾ ਕੋਈ ਮੇਰੇ ਇਸ ਵਿਚਾਰ ਦੇ ਨਾਲ ਸਹਿਮਤ ਨਾ ਹੋਵੇ, ਪਰ ਕਈ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਕਿ ਹੁਣ ਯਾਰ ਅਸੀਂ ਕੀ ਕਰੀਏ, ਕੁਝ ਪਤਾ ਜਾਂ ਲੱਗਦਾ ਨਹੀਂ, ਰੋਲ ਘਚੋਲਾ ਜਾਂ ਪੈਂਦਾ ਜਾਪ ਰਿਹਾ। ਸੋ ਜਿਹੜੀ ਇਹ ਪ੍ਰਤੀਤ ਹੋ ਰਹੀ ਹੈ ਨਿਰਾਸ਼ਾ, ਇਹਨੂੰ ਖਤਮ ਕਰਨ ਦੀ ਲੋੜ ਹੈ। ਕਿਸਾਨ ਆਗੂਆਂ ਨੂੰ ਇਹ ਚਾਹੀਦਾ ਕਿ ਹਰ ਵਰਗ ਨੂੰ ਨਾਲ ਤੋਰਿਆ ਜਾਵੇ। ਕਿਸਾਨ ਆਗੂਆਂ ਨੂੰ ਇਹ ਚਾਹੀਦਾ ਕਿ ਜਿਹਦੇ ਨਾਲ ਵੀ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾਂਦਾ ਉਹਦੇ ਨਾਲ ਧਿਰ ਬਣ ਕੇ ਖੜਿਆ ਜਾਵੇ। ਸੋ ਜੇਕਰ ਅਸੀਂ ਨਾ ਖੜਾਂਗੇ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਹੋਰ ਪ੍ਰਚੰਡ ਹੋਣਾ। ਸੋ ਇਸ ਵਕਤ ਇਕੱਠਤਾ ਦੇ ਵਿੱਚ, ਸਮੂਹਕਤਾ ਦੇ ਵਿੱਚ, ਏਕਤਾ ਦੇ ਵਿੱਚ ਬਹੁਤ ਹੀ ਵੱਡਾ ਭਲਾ ਹੋਊਗਾ। ਤੇ ਜੇਕਰ ਅਸੀਂ ਖਿੰਡ ਗਏ ਤਾਂ ਫਿਰ ਉਹ ਸਾਰੀਆਂ ਸੋਚਾਂ ਕਾਮਯਾਬ ਹੋ ਜਾਣੀਆਂ ਜਿਹੜੀਆਂ ਕਿ ਕਿਸਾਨਾਂ ਦੇ ਖਿਲਾਫ ਜਾਂਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦਾ ਪੱਖ ਵੀ ਪੂਰਿਆ ਗਿਆ, ਹੱਕ ਦੇ ਵਿੱਚ ਖੜਨ ਦੀ ਗੱਲ ਕੀਤੀ ਗਈ ਹੈ। ਨੌਦੀਪ ਕੌਰ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਕੀਤੀ ਗਈ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁਤਲਕ ਕੇਂਦਰ ਦੀ ਸਰਕਾਰ ਨੂੰ ਢੁਕਵਾਂ ਸਟੈਂਡ ਲੈਣਾ ਚਾਹੀਦਾ। ਹੁਣ ਇਹ ਫੈਸਲੇ ਦੀ ਘੜੀ ਆ ਚੁੱਕੀ ਹੈ। ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਵੀ ਵਿਚਾਰਾਂ ਹੋਈਆਂ ਤੇ ਕੁਝ ਕੁ ਮਹੱਤਵਪੂਰਨ ਗੱਲਾਂ ਬਾਤਾਂ ਹੋਰ ਵੀ ਹੋਈਆਂ। ਉਹ ਕਿਹੜੀਆਂ ਗੱਲਾਂ ਬਾਤਾਂ, ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਲੰਘੇ ਕੱਲ੍ਹ ਹੋਈ, ਜਿਹਦੇ ਵਿੱਚ ਅਹਿਮ ਫੈਸਲੇ ਕੀਤੇ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਦਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਭਾਈ ਰਾਜੋਆਣਾ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਬਾਰੇ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਾਜੋਆਣਾ ਦਾ ਕੇਸ ਲਗਾਤਾਰ ਲੜਿਆ ਜਾ ਰਿਹਾ। ਉਹਨਾਂ ਨੇ ਕਿਹਾ ਤੇ ਹਰ ਪੇਸ਼ੀ ਦੇ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਈ ਰਾਜੋਆਣਾ ਕੇਸ ਦੇ ਮਾਮਲੇ ਵਿੱਚ SGPC ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਵਚਨਬੱਧ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 26 ਤਰੀਕ ਨੂੰ ਕਿਸਾਨਾਂ ਦੇ ਉੱਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣ। ਮੰਦਭਾਗੀ ਗੱਲ ਹੈ ਕਿ ਕੇਂਦਰ ਦੇ ਵੱਲੋਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਲਗਾਤਾਰ ਦਬਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ 26 ਤਰੀਕ ਵਾਲੇ ਦਿਨ ਦਰਜ ਕੀਤੇ ਪਰਚੇ ਰੱਦ ਹੋਣ ਤੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਉਹ ਰਿਹਾ ਕੀਤੇ ਜਾਣ। ਨੌਜਵਾਨ ਲੜਕੀ ਨੌਦੀਪ ਕੌਰ ਦੇ ਉੱਤੇ ਕੀਤੇ ਗਏ ਪੁਲਿਸ ਤਸ਼ੱਦਦ ਦੀ ਉਹਨਾਂ ਨੇ ਨਿੰਦਿਆ ਕੀਤੀ ਹੈ ਤੇ ਉਸ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਜਿੰਨੇ ਵੀ ਕਿਸਾਨ ਸੰਘਰਸ਼ ਦੇ ਮੌਕੇ ਅਕਾਲ ਚਲਾਣਾ ਕਰ ਗਏ ਆ ਉਹਨਾਂ ਦੇ ਸੰਬੰਧੀ ਵੀ ਬੀਬੀ ਜਗੀਰ ਕੌਰ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸਾਨੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨਾ ਠੀਕ ਹੈ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਇਹ ਮੰਗ ਵੀ ਹੈ ਕਿ ਜਿਹੜੇ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਸ਼ਹੀਦ ਹੋ ਗਏ ਆ, ਕਿਸੇ ਨੂੰ ਦਿਲ ਦਾ ਦੌਰਾ ਪਿਆ,
ਕੋਈ ਸੜਕ ਹਾਦਸੇ ਦੇ ਵਿੱਚ ਮੌਤ ਦੀ ਬੁੱਕਲ 'ਚ ਚਲਾ ਗਿਆ, ਕਿਸੇ ਨੇ ਖੁਦਕੁਸ਼ੀ ਕਰ ਲਈ ਹੈ ਨਿਰਾਸ਼ਾ ਦੇ ਆਲਮ ਦੇ ਵਿੱਚ, ਕਿਸੇ ਨਾਲ ਕੋਈ ਹੋਰ ਭਾਣਾ ਵਾਪਰ ਗਿਆ, ਉਹਨਾਂ ਦੀ ਤਿਲ ਫੁੱਲ ਸ਼੍ਰੋਮਣੀ ਕਮੇਟੀ ਨੂੰ ਮਦਦ ਵੀ ਕਰਨੀ ਚਾਹੀਦੀ ਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਖੜਨਾ ਚਾਹੀਦਾ। ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਨ ਕੀਤੇ ਗਏ 1-1 ਰੁਪਈਏ ਦੇ ਨਾਲ ਆਪਣੇ ਕੰਮਕਾਜ ਅੱਗੇ ਵਧਾਉਂਦੀ ਹੈ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਜ ਆ ਜੇਕਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਾਲ ਖੜਨ ਦੀ ਗੱਲ ਕੀਤੀ ਜਾਵੇ ਜਿਹੜੇ ਪੀੜਤ ਪਰਿਵਾਰਕ ਮੈਂਬਰ ਹੈਗੇ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਵੱਖ-ਵੱਖ ਧਾਰਮਿਕ ਅਦਾਰੇ ਹੋਣ, ਸਮਾਜਿਕ ਜਥੇਬੰਦੀਆਂ ਹੋਣ, ਉਹਨਾਂ ਦੇ ਵੱਲੋਂ ਹੁਣ ਨਿੱਠ ਕੇ ਨਾਲ ਖੜਨ ਦੀ ਗੱਲ ਕੀਤੀ ਵੀ ਗਈ ਹੈ। ਜਿਹੜੇ ਕਿ ਪੀੜਤ ਪਰਿਵਾਰਕ ਮੈਂਬਰ ਹੈ, ਸਾਡੇ ਬਹੁਤ ਸਾਰੇ ਸੱਜਣ ਇਹੋ ਜਿਹੇ ਆ ਜਿਨ੍ਹਾਂ ਨੇ ਐਤਕੀ ਆਪਣੇ ਵਿਆਹ ਸ਼ਾਦੀਆਂ ਦੇ ਵਿੱਚੋਂ ਕੁਝ ਧਨ ਰਾਸ਼ੀ, ਮੰਨ ਲਓ ਕਿਸੇ ਨੇ ਲੱਖਾਂ ਰੁਪਈਆ ਖਰਚ ਕਰਨਾ, ਉਹਨਾਂ ਨੇ ਉਹਦਾ ਅੱਧਾ ਹਿੱਸਾ ਪੀੜਤ ਕਿਸਾਨ ਪਰਿਵਾਰਾਂ ਦੀ ਮਦਦ ਵਾਸਤੇ ਰੱਖਿਆ। ਕਿਸੇ ਨੇ ਮੰਨ ਲਓ ਕੋਈ ਕਬੱਡੀ ਟੂਰਨਾਮੈਂਟ ਕਰਾਉਣ ਦੀ ਯੋਜਨਾ ਬਣਾਈ ਆ, ਉਹਦੇ ਵਿੱਚੋਂ ਕੁਝ ਹਿੱਸਾ ਪੀੜਤ ਪਰਿਵਾਰਕ ਮੈਂਬਰਾਂ ਦੀ ਮਦਦ ਵਾਸਤੇ ਕੱਢਿਆ ਕਿਉਂਕਿ ਉਹ ਕਹਿੰਦੇ ਕਿ ਅਸੀਂ ਆਪਦਾ ਪ੍ਰੋਗਰਾਮ ਛੋਟਾ ਕਰ ਲਾਂਗੇ, ਇਹਨੂੰ ਸੰਖੇਪ ਕਰ ਲਾਂਗੇ, ਪਰ ਅਸੀਂ ਚਾਹੁੰਦੇ ਹਾਂ ਕਿ ਲੋੜਵੰਦਾਂ ਦੀ ਮਦਦ ਵੀ ਹੋਵੇ। ਕਿਸੇ ਨੇ ਮੰਨ ਲਓ ਸੱਭਿਆਚਾਰਕ ਮੇਲਾ ਕਰਾਉਣਾ, ਉਹਦੇ ਵਿੱਚੋਂ ਵੀ ਤਿਲ ਫੁੱਲ ਕੱਢ ਕੇ ਤੇ ਪੀੜਤ ਪਰਿਵਾਰਾਂ ਦੀ ਮਦਦ ਦੀ ਗੱਲ ਕੀਤੀ ਗਈ ਹੈ। ਸੋ ਸਭ ਨੂੰ ਹੀ ਆਪਣੇ ਤੌਰ ਦੇ ਉੱਤੇ ਤਿਲ ਫੁੱਲ ਇਹੋ ਜਿਹੇ ਯਤਨ ਕਰਨੇ ਚਾਹੀਦੇ ਆ। ਕਿਸੇ ਦੇ ਕਹਿਣ ਦੀ, ਕਿਸੇ ਤੋਂ ਅਖਵਾਉਣ ਦੀ, ਕਿਸੇ ਨੂੰ ਦੱਸਣ ਦੀ ਤੇ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ। ਤੁਹਾਡੇ ਜਿਹੜੇ ਵੀ ਇਲਾਕੇ ਦੇ ਵਿੱਚ ਇਹੋ ਜਿਹੇ ਸਾਹਮਣੇ ਆਏ ਆ ਕੇਸ, ਤੁਸੀਂ ਉਹਨਾਂ ਦੀ ਆਪਣੇ ਹੱਥੀਂ ਮਦਦ ਕਰੋ, ਇਹਦੇ ਵਰਗੀ ਰੀਸ ਕੋਈ ਨਹੀਂ ਗੀ। ਸੋ ਜੇਕਰ ਨਹੀਂ ਕਰ ਸਕਦੇ ਤਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਜਾਂ ਜਿਹੜੇ ਵੀ ਤੁਹਾਡੇ ਭਰੋਸੇਯੋਗ ਲੋਕ ਨੇ ਉਹਨਾਂ ਦੇ ਰਾਹੀਂ ਮਦਦ ਕੀਤੀ ਜਾ ਸਕਦੀ ਹੈ, ਪਰ ਕਰਨੀ ਜ਼ਰੂਰ ਚਾਹੀਦੀ ਹੈ ਮਨੁੱਖਤਾ ਦੇ ਨਾਂ ਦੇ ਉੱਤੇ, ਇਨਸਾਨੀਅਤ ਦੇ ਨਾਂ ਦੇ ਉੱਤੇ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।